Good morning, students. I hope you all are fit and fine. ਅੱਜ ਆਪਾਂ ਮਾਰਕੀਟਿੰਗ ਮੈਨੇਜਮੈਂਟ ਦਾ ਨੈਕਸਟ ਟੌਪਿਕ ਡਿਸਕਸ ਕਰਾਂਗੇ ਜਿਹਦਾ ਨਾਮ ਆ MIS ਐਂਡ ਮਾਰਕੀਟਿੰਗ ਰਿਸਰਚ। MIS ਮੀਨਸ ਮਾਰਕੀਟਿੰਗ ਇਨਫੋਰਮੇਸ਼ਨ ਸਿਸਟਮ। ਹੁਣ ਗੱਲ ਕਰੀਏ ਆਪਾਂ ਮਾਰਕੀਟਿੰਗ ਇਨਫੋਰਮੇਸ਼ਨ ਸਿਸਟਮ ਐਂਡ ਮਾਰਕੀਟਿੰਗ ਰਿਸਰਚ ਦੀ। ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਆ ਤੇ ਡੈਫੀਨੇਟਲੀ ਵਨ ਕੁਐਸਚਨ ਇਸ ਟੌਪਿਕ ਦੇ ਵਿੱਚੋਂ ਫਾਈਨਲ ਐਗਜ਼ਾਮ ਦੇ ਵਿੱਚ ਤੁਹਾਨੂੰ ਜ਼ਰੂਰ ਮਿਲੂਗਾ। ਹੁਣ ਆਪਾਂ ਸਟਾਰਟ ਕਰਦੇ ਹਾਂ ਵੀ ਮਾਰਕੀਟਿੰਗ ਇਨਫੋਰਮੇਸ਼ਨ ਸਿਸਟਮ ਹੁੰਦਾ ਕੀ ਆ। ਹੁਣ ਆਪਾਂ ਕਿਸੇ ਵੀ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਹਾਂ, ਕਿਸੇ ਵੀ ਕੰਪਨੀ ਦੀ ਗੱਲ ਕਰਦੇ ਹਾਂ, ਕਿਸੇ ਵੀ ਸੰਸਥਾ ਦੀ ਗੱਲ ਕਰਦੇ ਹਾਂ। ਕੋਈ ਵੀ ਕੰਪਨੀ, ਕੋਈ ਵੀ ਸੰਸਥਾ, ਕੋਈ ਵੀ ਆਰਗੇਨਾਈਜੇਸ਼ਨ ਉਦੋਂ ਹੀ ਸਕਸੈਸਫੁਲ ਹੁੰਦੀ ਆ ਅਗਰ ਉਹਦੇ ਕੋਲ ਮਾਰਕੀਟਿੰਗ ਦੇ ਬਾਰੇ ਡਿਟੇਲ ਇਨਫੋਰਮੇਸ਼ਨ ਹੁੰਦੀ ਆ। ਮੀਨ ਟੂ ਸੇ ਵੀ ਜਿਹੜੀ ਮਾਰਕੀਟਿੰਗ ਆ, ਅਗਰ ਆਪਾਂ ਚਾਹੁੰਦੇ ਆ ਵੀ ਜਿਹੜੀ ਸਾਡੀ ਕੰਪਨੀ ਆ ਉਹਦਾ ਜਿਹੜਾ ਪ੍ਰੋਫਿਟ ਮਾਰਜਨ ਆ ਹਾਈ ਹੋਵੇ ਤੇ ਸਾਡੇ ਕੋਲ ਨਿਊ ਅਪਰਚੁਨਿਟੀਜ਼ ਮਿਲਣ, ਤਾਂ ਉਹਦੇ ਲਈ ਜ਼ਰੂਰੀ ਆ ਵੀ ਸਾਨੂੰ ਜਿਹੜੀ ਮਾਰਕੀਟਿੰਗ ਇਨਫੋਰਮੇਸ਼ਨ ਮਿਲਣੀ ਆ ਜਾਂ ਮਾਰਕੀਟਿੰਗ ਜਿਹੜੀ ਰਿਸਰਚ ਉਹਦੇ ਨਾਲ ਹੋਣੀ ਆ, ਉਹ ਜਿਹੜਾ ਸਾਡਾ ਪ੍ਰੋਸੈਸ ਆ ਉਹ ਇਫੈਕਟਿਵ ਹੋਣਾ ਚਾਹੀਦਾ ਵਾ। ਕਿਉਂਕਿ ਅਗਰ ਸਾਡੇ ਕੋਲ ਸਹੀ ਇਨਫੋਰਮੇਸ਼ਨ ਮਾਰਕੀਟਿੰਗ ਦੇ ਬਾਰੇ ਮਿਲਦੀ ਆ ਤਾਂ ਅਸੀਂ ਉਸ ਇਨਫੋਰਮੇਸ਼ਨ ਦੇ ਅਕੋਰਡਿੰਗ ਗੁੱਡਸ ਪ੍ਰੋਡਿਊਸ ਕਰਦੇ ਆ, ਆਪਣੇ ਫਿਊਚਰ ਦੀ ਸੇਲ ਨੂੰ ਫੋਰਕਾਸਟ ਕਰਦੇ ਆ, ਉਸ ਅਕੋਰਡਿੰਗ ਹੀ ਅਸੀਂ ਆਪਣੀ ਪ੍ਰੋਡਕਸ਼ਨ ਕਰਦੇ ਆ ਤਾਂ ਸਾਡੀ ਵੇਸਟੇਜ ਵੀ ਘਟ ਜੂਗੀ। ਕਿਉਂਕਿ ਜਿੰਨਾ ਸਾਨੂੰ ਲੱਗਦਾ ਵੀ ਫਿਊਚਰ ਦੇ ਵਿੱਚ ਸਾਡੀ ਇੰਨੀ ਸੇਲ ਹੁੰਦੀ ਆ, ਅਸੀਂ ਉਹਦੇ ਅਕੋਰਡਿੰਗ ਪ੍ਰੋਡਕਸ਼ਨ ਕਰਦੇ ਆ ਤਾਂ ਸਾਨੂੰ ਫਿਊਚਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ, ਸਾਡੀ ਵੇਸਟੇਜ ਘਟ ਜੂਗੀ। ਸਾਡੇ ਜਿਹੜੇ ਪ੍ਰੋਡਕਟ ਨੇ ਉਹ ਅਕੋਰਡਿੰਗ ਟੂ ਕਸਟਮਰ ਨੀਡਸ ਹੋਣਗੇ ਜਾਂ ਅਕੋਰਡਿੰਗ ਟੂ ਕਸਟਮਰ ਰਿਕੁਆਇਰਮੈਂਟਸ ਹੋਣਗੇ ਤਾਂ ਸਾਡਾ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਹਾਈ ਹੋ ਜਾਊਗਾ। ਅਗਰ ਸਾਡੇ ਕੋਲ ਇਨਫੋਰਮੇਸ਼ਨ ਮਾਰਕੀਟਿੰਗ ਦੀ ਨਹੀਂ ਹੁੰਦੀ, ਮਾਰਕੀਟਿੰਗ ਇੰਨੀ ਕੁ ਇੰਪੋਰਟੈਂਟ ਆ, ਇੰਨਾ ਕੁ ਕੀ ਉਹਦਾ ਸਕਸੈਸਫੁਲ ਦੇ ਵਿੱਚ ਹੱਥ ਆ ਵੀ ਅਗਰ ਸਾਡੇ ਕੋਲ ਇਨਫੋਰਮੇਸ਼ਨ ਸਹੀ ਨਹੀਂ ਹੁੰਦੀ ਜਾਂ ਅਸੀਂ ਮਾਰਕੀਟਿੰਗ ਦੇ ਉੱਤੇ ਧਿਆਨ ਨਹੀਂ ਦਿੰਦੇ ਤਾਂ ਜਿਹੜਾ ਸਾਡਾ ਪ੍ਰੋਡਕਟ ਆ ਉਹ ਮਾਰਕੀਟ ਦੇ ਵਿੱਚ ਫੇਲ ਹੋ ਜਾਊਗਾ, ਅਸੀਂ ਸਕਸੈਸ ਨਹੀਂ ਹੋ ਪਾਵਾਂਗੇ। ਹੁਣ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਨੇ ਅੱਜ ਦੇ ਟਾਈਮ ਤੇ ਉਹ ਇਹੀ ਮਿਸਟੇਕ ਕਰਦੀਆਂ। ਸਾਰੀਆਂ ਹੀ ਕੰਪਨੀ ਦੀ ਫੇਲੀਅਰ ਦੀ ਮੇਨ ਇਹੀ ਰੀਜ਼ਨ ਆ, ਇਹੀ ਪ੍ਰੋਬਲਮ ਆ ਕਾਮਨ, ਵੀ ਉਹ ਜਿਹੜੇ ਪ੍ਰੋਡਕਟ ਤਿਆਰ ਕਰਦੇ ਨੇ ਉਹ ਪ੍ਰੋਡਕਸ਼ਨ ਓਰੀਐਂਟਡ ਸਟੇਜ ਲੈ ਕੇ ਚੱਲਦੇ ਆ। ਪ੍ਰੋਡਕਸ਼ਨ ਓਰੀਐਂਟਡ ਸਟੇਜ ਦੀ ਜਗ੍ਹਾ ਦੇ ਉੱਤੇ ਅਸੀਂ ਕੰਜ਼ਿਊਮਰ ਓਰੀਐਂਟਡ ਸਟੇਜ ਲੈ ਕੇ ਚੱਲਦੇ ਹਾਂ। ਕਿਉਂਕਿ ਕੰਜ਼ਿਊਮਰ ਅਗਰ ਅਸੀਂ ਓਰੀਐਂਟਡ ਸਟੇਜ ਲਵਾਂਗੇ ਅਸੀਂ ਤਾਂ ਹੀ ਸਕਸੈਸ ਹੋ ਸਕਦੇ ਹਾਂ। ਕਿਉਂਕਿ ਕੰਜ਼ਿਊਮਰ ਦੀਆਂ ਨੀਡਸ ਦੇ ਅਕੋਰਡਿੰਗ, ਕੰਜ਼ਿਊਮਰ ਆ, ਕਸਟਮਰ ਆ, ਉਹ ਮਾਰਕੀਟਿੰਗ ਦਾ ਕਿੰਗ ਆ। ਅਗਰ ਅਸੀਂ ਉਹਦੀਆਂ ਰਿਕੁਆਇਰਮੈਂਟ, ਉਹਦੀਆਂ ਨੀਡਸ ਦੇ ਅਕੋਰਡਿੰਗ ਗੁੱਡਸ ਪ੍ਰੋਡਿਊਸ ਕਰਾਂਗੇ ਤਾਂ ਜਿਹੜਾ ਸਾਡਾ ਪ੍ਰੋਡਕਟ ਆ ਜਾਂ ਸਾਡੀ ਜਿਹੜੀ ਬਿਜ਼ਨਸ ਆਰਗੇਨਾਈਜੇਸ਼ਨ ਆ, ਕੰਪਨੀ ਆ, ਉਹ ਸਕਸੈਸਫੁਲ ਹੋਊਗੀ। ਮੋਸਟਲੀ ਕੰਪਨੀਜ਼ ਅੱਜ ਕੱਲ੍ਹ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੀਆਂ ਨੇ। ਇਹੀ ਰੀਜ਼ਨ ਆ ਵੀ ਉਹ ਕੰਪਨੀਜ਼ ਫੇਲ ਹੋ ਜਾਂਦੀਆਂ ਨੇ। ਉਹ ਪ੍ਰੋਡਕਟ ਜਿਹੜੇ ਤਿਆਰ ਕਰਦੀਆਂ ਨੇ ਉਹ ਪ੍ਰੋਡਕਟ ਓਰੀਐਂਟਡ ਯੂਜ਼ ਕਰਦੇ ਆ, ਨਾ ਕਿ ਕਸਟਮਰ ਓਰੀਐਂਟਡ। ਅਗਰ ਅਸੀਂ ਕਸਟਮਰ ਓਰੀਐਂਟਡ ਗੁੱਡਸ ਪ੍ਰੋਡਿਊਸ ਕਰਾਂਗੇ ਤਾਂ ਅਸੀਂ ਆਪਣੀ ਕੰਪਨੀ ਨੂੰ ਇੱਕ ਨਵੇਂ ਲੈਵਲ ਤੇ ਲੈ ਸਕਦੇ ਹਾਂ, ਆਪਣੇ ਪ੍ਰੋਫਿਟਸ ਨੂੰ ਹਾਈ ਲੈਵਲ ਤੱਕ ਲੈ ਕੇ ਜਾ ਕੇ ਨਿਊ ਅਪਰਚੁਨਿਟੀਜ਼ ਆਪਦੇ ਲਈ ਬਿਲਡ ਕਰ ਸਕਦੇ ਹਾਂ। ਤਾਂ ਮਾਰਕੀਟਿੰਗ ਇਨਫੋਰਮੇਸ਼ਨ ਸਿਸਟਮ ਦੇ ਥਰੂ ਹੀ ਜਾਂ ਮਾਰਕੀਟਿੰਗ ਰਿਸਰਚ ਜੋ ਕਿ ਇਹਦਾ ਮੇਨ ਐਲੀਮੈਂਟ ਆ, ਉਹਨਾਂ ਦੋਨਾਂ ਦੀ ਹੈਲਪ ਦੇ ਨਾਲ ਹੀ ਅਸੀਂ ਇੱਕ ਵਧੀਆ ਤਰੀਕੇ ਦੇ ਨਾਲ ਆਪਣੀ ਆਰਗੇਨਾਈਜੇਸ਼ਨ, ਆਪਣੀ ਕੰਪਨੀ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਇਜ਼ ਇਟ? ਨੈਕਸਟ ਅੱਗੇ ਹੈ ਜੀ ਡੈਫੀਨੇਸ਼ਨ। ਡੈਫੀਨੇਸ਼ਨ ਅਕੋਰਡਿੰਗ ਟੂ ਜੌਬਰ, ਮਾਰਕੀਟਿੰਗ ਰਿਸਰਚ ਸਿਸਟਮ ਆ, ਇੱਕ ਸਿਸਟਮ ਆ ਇਨ ਵਿਚ ਮਾਰਕੀਟਿੰਗ ਡਾਟਾ, ਜਿਹਦੇ ਵਿੱਚ ਮਾਰਕੀਟਿੰਗ ਡਾਟਾ ਫਾਰਮਲੀ ਗੈਦਰਡ ਮੀਨਸ ਇਕੱਠਾ ਕੀਤਾ ਜਾਂਦਾ ਵਾ। ਸਟੋਰ ਮੀਨਸ ਉਹਨੂੰ ਸਟੋਰ ਕਰਕੇ ਰੱਖਿਆ ਜਾਂਦਾ। ਇਹ ਨਹੀਂ ਵੀ ਜੇ ਆਪਾਂ ਯੂਜ਼ ਕਰ ਲਿਆ ਜਾਂ ਆਪਾਂ ਫਿਊਚਰ 'ਚ ਯੂਜ਼ ਕਰਨਾ ਵਾ, ਉਹਦੀ ਰਿਕਾਰਡਿੰਗ ਕੀਤੀ ਜਾਂਦੀ ਆ, ਉਹਨੂੰ ਫॉर ਫਿਊਚਰ ਪਰਪਸ ਦੇ ਲਈ ਉਹਨੂੰ ਉਸ ਡਾਟਾ ਨੂੰ ਸਟੋਰ ਕੀਤਾ ਜਾਂਦਾ। ਐਂਡ ਐਨਾਲਿਸਿਸ ਮੀਨਸ ਉਹਦੇ ਹਰ ਇੱਕ ਪਹਿਲੂ ਤੇ ਹਰ ਇੱਕ ਪਾਰਟ ਤੇ ਪ੍ਰੋਪਰਲੀ ਐਨਾਲਿਸਿਸ ਕੀਤਾ ਜਾਂਦਾ ਵਾ। ਈਚ ਐਂਡ ਐਵਰੀ ਕਾਰਨਰ ਉਹਦਾ ਵਾਚ ਆਊਟ ਕੀਤਾ ਜਾਂਦਾ, ਫਿਰ ਉਹਨੂੰ ਐਨਾਲਿਸਿਸ ਕੀਤਾ ਜਾਂਦਾ। ਐਂਡ ਡਿਸਟ੍ਰੀਬਿਊਟਡ ਟੂ ਮੈਨੇਜਰ ਨੂੰ ਡਿਸਟ੍ਰੀਬਿਊਟ ਕੀਤਾ ਜਾਂਦਾ। ਮੈਨੇਜਰ, ਕਿਉਂਕਿ ਸਾਰਾ ਕੰਮ ਕੌਣ ਮੈਨੇਜ ਕਰ ਰਿਹਾ ਹੁੰਦਾ? ਮੈਨੇਜਰ। ਤਾਂ ਜਿਹੜੀ ਆਪਾਂ ਇਨਫੋਰਮੇਸ਼ਨ ਜਾਂ ਜੋ ਮਾਰਕੀਟਿੰਗ ਡਾਟਾ ਆਪਾਂ ਗੈਦਰਡ ਕੀਤਾ ਵਾ, ਸਟੋਰ ਕਰਨ ਤੋਂ ਬਾਅਦ ਉਹਨੂੰ ਐਨਾਲਿਸਿਸ ਕੀਤਾ ਵਾ, ਉਹ ਅੱਗੇ ਮੈਨੇਜਰ ਨੂੰ ਡਿਸਟ੍ਰੀਬਿਊਟ ਕੀਤਾ ਜਾਂਦਾ ਵਾ।
ਅਕੋਰਡਿੰਗ ਵਿਦ देयर ਇਨਫੋਰਮੇਸ਼ਨਲ ਨੀਡ, ਜਿੰਨੀ ਉਹਨਾਂ ਨੂੰ ਇਨਫੋਰਮੇਸ਼ਨ ਦੀ ਨੀਡ ਹੁੰਦੀ ਆ ਉਹ ਇਨਫੋਰਮੇਸ਼ਨ ਮੈਨੇਜਰ ਨੂੰ ਡਿਸਟ੍ਰੀਬਿਊਟ ਕੀਤੀ ਜਾਂਦੀ ਆ, ਕਿਉਂਕਿ ਹਰੇਕ ਡਿਪਾਰਟਮੈਂਟ ਦਾ ਮੈਨੇਜਰ ਅਲੱਗ-ਅਲੱਗ ਹੁੰਦਾ। ਜਿਹੜੇ ਮੈਨੇਜਰ ਨੂੰ ਜਿਸ ਇਨਫੋਰਮੇਸ਼ਨ ਦੀ ਰਿਕੁਆਇਰਮੈਂਟ ਆ ਉਹਨੂੰ ਉਹਦੀ ਇਨਫੋਰਮੇਸ਼ਨ ਦੇ ਅਕੋਰਡਿੰਗ ਜਿਹੜੀ ਇਨਫੋਰਮੇਸ਼ਨ ਆ ਉਹ ਦਿੱਤੀ ਜਾਂਦੀ ਆ, ਡਿਸਟ੍ਰੀਬਿਊਟ ਕੀਤੀ ਜਾਂਦੀ ਆ ਔਨ ਅ ਰੈਗੂਲਰ ਬੇਸਿਸ। ਕਿਉਂਕਿ ਰੈਗੂਲਰ ਬੇਸਿਸ ਆ, ਇਹ ਨਹੀਂ ਵੀ ਮਾਰਕੀਟਿੰਗ ਬਾਰੇ ਅੱਜ ਆਪਾਂ ਰਿਸਰਚ ਕਰ ਲਈ ਨੈਕਸਟ 6 ਮੰਥ ਲਈ ਆਪਾਂ ਫ੍ਰੀ ਆ, ਨੋ। ਇਹ ਮਾਰਕੀਟਿੰਗ ਜਿਹੜਾ ਰਿਸਰਚ ਆ ਜਾਂ ਮਾਰਕੀਟਿੰਗ ਬਾਰੇ ਇਨਫੋਰਮੇਸ਼ਨ ਆਪਾਂ ਸਿਸਟਮ ਕਲੈਕਟ ਕਰਨੀ ਆ ਉਹ ਰੈਗੂਲਰ ਬੇਸਿਸ ਤੇ ਆ। ਰੈਗੂਲਰ ਆਪਾਂ ਅੱਜ ਦਾ ਡਾਟਾ ਕਲੈਕਟ ਕਰ ਲਿਆ, ਆਪਾਂ ਆਉਣ ਵਾਲੇ ਫਿਊਚਰ ਦੇ ਲਈ ਕਸਟਮਰ ਨਾਲ ਮਿਲਣਾ, ਪ੍ਰੋਡਿਊਸਰ ਨਾਲ ਮਿਲਣਾ, ਰਿਟੇਲਰਸ ਨਾਲ ਮਿਲਣਾ, ਇਹ ਇੱਕ ਰੈਗੂਲਰ ਪ੍ਰੋਸੈਸ ਆ। ਤਾਂ ਉਹਨਾਂ ਨੂੰ ਇਹ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਆ ਤਾਂ ਜੋ ਜਿਹੜੇ ਉਹਨਾਂ ਨੇ ਡਿਸੀਜ਼ਨ ਲੈਣੇ ਆ ਜਾਂ ਜਿਹੜੀਆਂ ਰਿਕੁਆਇਰਮੈਂਟਸ ਉਹਨਾਂ ਨੇ ਫੁਲਫਿਲ ਕਰਨੀਆਂ ਨੇ ਉਹਨਾਂ ਅਕੋਰਡਿੰਗਸ ਦੀ ਉਹਨਾਂ ਦੀ ਇਨਫੋਰਮੇਸ਼ਨ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਵੇ ਤਾਂ ਜੋ ਜਿਹੜੀ ਸਾਡੀ ਆਰਗੇਨਾਈਜੇਸ਼ਨ ਆ ਉਹ ਸਕਸੈਸ ਹੋ ਸਕੇ। ਇਜ਼ ਇਟ? ਡੈਫੀਨੇਸ਼ਨ ਤੋਂ ਬਾਅਦ ਨੈਕਸਟ ਆ ਜੀ ਕਰੈਕਟਰਿਸਟਿਕਸ ਆਫ MIS ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਦੀਆਂ ਕਰੈਕਟਰਿਸਟਿਕਸ। ਮਤਲਬ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਆ ਜਿਹੜੀ ਉਹ ਸਿਸਟਮ ਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਵਾ। ਫਸਟ ਆਫ ਆਲ ਫਸਟ ਪੁਆਇੰਟ ਹੈਗਾ ਈਜ਼ਲੀ ਅੰਡਰਸਟੈਂਡੇਬਲ। ਜਿਹੜੀ ਆਪਾਂ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਦੇ ਥਰੂ ਇਨਫੋਰਮੇਸ਼ਨ ਕਲੈਕਟ ਕੀਤੀ ਆ ਉਹ ਈਜ਼ਲੀ ਅੰਡਰਸਟੈਂਡੇਬਲ ਹੋਣੀ ਚਾਹੀਦੀ ਆ। ਜੋ ਵੀ ਅਸੀਂ ਜਿਹੜੀ ਇਨਫੋਰਮੇਸ਼ਨ ਆ ਉਹ ਸਾਡੀ ਸਮਰਾਈਜ਼ਡ ਫਾਰਮ 'ਚ ਹੋਣੀ ਚਾਹੀਦੀ ਆ, ਜੋ ਵੀ ਇਨਫੋਰਮੇਸ਼ਨ ਅਸੀਂ ਜਨਰੇਟ ਕੀਤੀ ਆ, ਕਿਉਂਕਿ ਜੇ ਅਗਰ ਸਮਰਾਈਜ਼ਡ ਫਾਰਮ 'ਚ ਹੋਊਗੀ ਉਹ ਈਜ਼ਲੀ ਜਿਹੜਾ ਰਿਸੀਵਰ ਆ ਜਿਹਨੂੰ ਇਨਫੋਰਮੇਸ਼ਨ ਮਿਲ ਰਹੀ ਆ ਉਹ ਈਜ਼ਲੀ ਉਹਨੂੰ ਵਧੀਆ ਤਰੀਕੇ ਦੇ ਨਾਲ ਅੰਡਰਸਟੈਂਡ ਕਰ ਸਕਦਾ, ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ। ਇਜ਼ ਇਟ? ਨੈਕਸਟ ਪੁਆਇੰਟ ਹੈਗਾ ਰੈਲੇਵੈਂਟ। ਜਿਹੜੀ ਵੀ ਅਸੀਂ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਦੇ ਥਰੂ ਇਨਫੋਰਮੇਸ਼ਨ ਕਲੈਕਟ ਕੀਤੀ ਆ ਉਹ ਰੈਲੇਵੈਂਟ ਹੋਣੀ ਚਾਹੀਦੀ ਆ, ਵੈਲੂਏਬਲ ਹੋਣੀ ਚਾਹੀਦੀ ਆ। ਅਗਰ ਉਹ ਜਿਹੜਾ ਯੂਜ਼ਰ ਆ ਜਾਂ ਜੀ ਰਿਸੀਵਰ ਆ ਜਿਹਨੂੰ ਉਹ ਇਨਫੋਰਮੇਸ਼ਨ ਮਿਲੀ ਆ ਅਗਰ ਉਹ ਰੈਲੇਵੈਂਟ ਹੋਊਗੀ, ਵੈਲੂਏਬਲ ਹੋਊਗੀ ਤਾਂ ਹੀ ਉਹਦੀ ਜਿਹੜੀ ਐਪਲੀਕੇਸ਼ਨ ਆ ਉਹ ਇਫੈਕਟਿਵ ਹੋਊਗੀ ਤੇ ਜਿਹੜਾ ਰਿਸੀਵਰ ਆ ਜਾਂ ਜਿਹੜਾ ਮੈਨੇਜਰ ਆ ਜਿਹਨੂੰ ਇਨਫੋਰਮੇਸ਼ਨ ਮਿਲੀ ਆ ਉਹ ਇਨਫੋਰਮੇਸ਼ਨ ਦੇ ਨਾਲ ਇੱਕ ਵਧੀਆ ਡਿਸੀਜ਼ਨ ਲੈ ਸਕਦਾ, ਜਿਹੜੀ ਵੀ ਉਹਨੇ ਸਪੈਸੀਫਿਕ ਡਿਜ਼ਾਇਰ ਰੱਖੀ ਆ ਪਲੈਨਿੰਗ ਦੇ ਰਿਲੇਟਡ ਉਹਨੂੰ ਉਹ ਅਚੀਵ ਕਰ ਸਕਦਾ। ਇਜ਼ ਇਟ? ਨੈਕਸਟ ਪੁਆਇੰਟ ਹੈਗਾ ਜੀ ਕੰਪਲੀਟ। ਜਿਹੜੀ ਵੀ ਇਨਫੋਰਮੇਸ਼ਨ ਆਪਾਂ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਦੇ ਥਰੂ ਕਲੈਕਟ ਕੀਤੀ ਆ ਉਹ ਐਬਸੋਲੂਟ ਤੇ ਕੰਪਲੀਟ ਹੋਣੀ ਚਾਹੀਦੀ ਆ। ਅਗਰ ਇਨਫੋਰਮੇਸ਼ਨ ਕੰਪਲੀਟ ਹੋਊਗੀ ਤਾਂ ਹੀ ਜਿਹੜਾ ਮੈਨੇਜਰ ਆ ਜਿਹਨੂੰ ਇਨਫੋਰਮੇਸ਼ਨ ਰਿਸੀਵ ਹੋ ਰਹੀ ਆ ਜਾਂ ਜੋ ਉਹ ਇਨਫੋਰਮੇਸ਼ਨ ਯੂਜ਼ ਕਰ ਰਿਹਾ ਯੂਜ਼ਰ ਆ ਉਹ ਸੈਟੀਸਫਾਈਡ ਹੋਊਗਾ ਤੇ ਉਹਦੇ ਨਾਲ ਜਿਹੜੇ ਉਹਨੇ ਸੋਲਿਊਸ਼ਨ ਲੈਣੇ ਆ ਜਾਂ ਜਿਹੜੇ ਡਿਸੀਜ਼ਨ ਉਹਨੇ ਲੈਣੇ ਆ ਉਹ ਵੀ ਸੈਟੀਸਫਾਈਡ ਤਰੀਕੇ ਦੇ ਨਾਲ ਆਪਣੀਆਂ ਪ੍ਰੋਬਲਮਸ ਨੂੰ ਸੌਰਟ ਆਊਟ ਕਰ ਸਕਦਾ, ਕਿਸੇ ਤਰ੍ਹਾਂ ਦੀ ਉਹਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਨਹੀਂ ਆਊਗੀ। ਇਸ ਲਈ ਜਿਹੜੀ ਇਨਫੋਰਮੇਸ਼ਨ ਆ ਉਹ ਹਮੇਸ਼ਾ ਹੀ ਕੰਪਲੀਟ ਹੋਣੀ ਚਾਹੀਦੀ ਆ। ਅਗਰ ਕੰਪਲੀਟ ਹੋਊਗੀ ਤਾਂ ਹੀ ਉਹਦੇ ਇੱਕ ਵਧੀਆ ਰਿਜ਼ਲਟ ਸਾਨੂੰ ਮਿਲ ਸਕਦੇ ਆ ਕਿਸੇ ਵੀ ਡਿਸੀਜ਼ਨ ਦੇ ਰਿਲੇਟਡ। ਇਜ਼ ਇਟ? ਨੈਕਸਟ ਪੁਆਇੰਟ ਹੈਗਾ ਅਸੈਸਿਬਲ। ਅਸੈਸਿਬਲ ਦਾ ਮਤਲਬ ਹੁੰਦਾ ਵੀ ਜਿਹੜੀ ਇਨਫੋਰਮੇਸ਼ਨ ਆ ਜਦੋਂ ਸਾਨੂੰ ਡਿਜ਼ਾਇਰਡ ਆ ਨੀਡ ਆ ਉਹ ਉਹਨੂੰ ਈਜ਼ੀਲੀ ਅਸੈਸ ਕਰ ਸਕਦਾ, ਉਹ ਤੋਂ ਚੈੱਕ ਕਰ ਸਕਦਾ ਵਾ। ਕੋਈ ਵੀ ਟੈਕਨੋਲੋਜੀ ਆ ਉਹ ਚਾਹੇ ਅਸੀਂ ਉਹਨੂੰ ਕੰਟਰੋਲ ਕਰਦੇ ਆ, ਕ੍ਰੀਏਟ ਕਰਦੇ ਆ, ਸਟੋਰ ਕਰਦੇ ਆ ਤਾਂ ਇਨਫੋਰਮੇਸ਼ਨ ਅਗਰ ਸਹੀ ਹੋਊਗੀ ਤਾਂ ਈਜ਼ੀਲੀ ਕਨਵੀਨੀਐਂਟਲੀ ਅਸੀਂ ਉਸ ਚੀਜ਼ ਨੂੰ ਹਰ ਇੱਕ ਤਰੀਕੇ ਦੇ ਨਾਲ ਅਸੈਸੇਬਲ ਕਰ ਸਕਦੇ ਆ। ਇਜ਼ ਇਟ? ਚਾਹੇ ਉਹ ਪਹਿਲਾਂ ਹੋਵੇ ਚਾਹੇ ਉਹ ਬਾਅਦ ਵਿੱਚ ਹੋਵੇ। ਇਜ਼ ਇਟ? ਨੈਕਸਟ ਪੁਆਇੰਟ ਹੈਗਾ ਰਿਲਾਇਬਲ। ਰਿਲਾਇਬਲ ਦਾ ਮਤਲਬ ਕੀ ਆ ਵੀ ਜੋ ਇਨਫੋਰਮੇਸ਼ਨ ਅਸੀਂ ਦਿੱਤੀ ਆ ਉਹ ਅਕੂਰੇਟ ਹੋਣੀ ਚਾਹੀਦੀ ਆ, ਉਹ ਕੰਸਿਸਟੈਂਸੀ ਬੇਸਡ ਹੋਣੀ ਚਾਹੀਦੀ ਆ। ਕੰਸਿਸਟੈਂਸੀ ਦਾ ਮਤਲਬ ਕੀ ਆ ਵੀ ਉਹਦੇ ਵਿੱਚ ਜਿਹੜੀ ਟਰਮਸ ਨੇ ਜਾਂ ਕੋਈ ਵੀ ਉਹਨੇ ਇਨਫੋਰਮੇਸ਼ਨ ਕਲੈਕਟ ਕੀਤੀ ਆ ਇਹ ਨਹੀਂ ਵੀ ਉਹ ਥੋੜੇ ਸ਼ਾਰਟ ਟਾਈਮ ਪੀਰੀਅਡ ਲਈ ਹੋਣੀ ਚਾਹੀਦੀ ਆ, ਉਹਦੇ ਵਿੱਚ ਕੰਸਿਸਟੈਂਸੀ ਹੋਣੀ ਚਾਹੀਦੀ ਆ ਵੀ ਜਿੰਨੇ ਟਾਈਮ ਦੇ ਲਈ ਘੱਟੋ ਘੱਟ ਆਪਾਂ ਉਹ ਪ੍ਰੋਸੀਜਰ ਫੋਲੋ ਕਰ ਰਹੇ ਆ 1 ਈਅਰ ਲਈ 2 ਈਅਰ ਲਈ ਉਹ ਉਨਾ ਟਾਈਮ ਉਹ ਉਸ ਚੀਜ਼ ਦੇ ਲਈ ਅਕੂਰੇਟ ਹੋਣੀ ਚਾਹੀਦੀ ਆ। ਇਜ਼ ਇਟ? ਨੈਕਸਟ ਪੁਆਇੰਟ ਹੈਗਾ ਕੰਸਾਈਜ਼। ਕੰਸਾਈਜ਼ ਦਾ ਮਤਲਬ ਹੁੰਦਾ ਕਲੀਅਰ। ਅਗਰ ਜਿਹੜੀ ਇਨਫੋਰਮੇਸ਼ਨ ਆ ਉਹ ਕਲੀਅਰ ਹੋਊਗੀ ਤਾਂ ਜਿਹੜਾ ਯੂਜ਼ਰ ਉਹਨੂੰ ਯੂਜ਼ ਕਰ ਰਿਹਾ ਇਨਫੋਰਮੇਸ਼ਨ ਲਈ ਉਹਦੇ ਲਈ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਕ੍ਰੀਏਟ ਨਹੀਂ ਹੋਊਗੀ ਤੇ ਉਹ ਜਿਹੜਾ ਵੀ ਉਹਨੇ ਕੰਮ ਕਰਨਾ ਵਾ ਉਹ ਵਧੀਆ ਅਕੂਰੇਟ ਤੇ ਟਾਈਮਲੀ ਈਜ਼ੀਲੀ ਕਰ ਸਕਦਾ ਵਾ। ਅਗਰ ਜਿਹੜੀ ਇਨਫੋਰਮੇਸ਼ਨ ਐਡੂਕੇਟ ਆ, ਸਹੀ ਆ, ਕੰਸਾਈਜ਼ ਆ, ਕਲੀਅਰ ਆ
ਤਾਂ ਜਿਹੜੇ ਉਹਦੇ ਰਿਜ਼ਲਟ ਆ ਉਹ ਘੱਟ ਟਾਈਮ ਦੇ ਵਿੱਚ ਵਧੀਆ ਰਿਜ਼ਲਟ ਮਿਲਣਗੇ। ਅਗਰ ਜਿਹੜੀ ਇਨਫੋਰਮੇਸ਼ਨ ਆ ਉਹ ਕਲੀਅਰ ਹੀ ਨਹੀਂ ਹੈਗੀ, ਇਨਐਡਿਕੁਏਟ ਆ, ਤਾਂ ਜਿਹੜੇ ਉਹਦੇ ਨਾਲ ਡਿਸੀਜ਼ਨ ਲਏ ਜਾਣਗੇ ਜਾਂ ਜਿਹੜੇ ਉਹਦੇ ਡਿਸੀਜ਼ਨਸ ਦੇ ਨਾਲ ਰਿਜ਼ਲਟ ਮਿਲਣਗੇ ਉਹ ਵੀ ਸਾਨੂੰ ਇਨਐਡਿਕੁਏਟ ਹੀ ਮਿਲਣਗੇ, ਗਲਤ ਹੀ ਮਿਲਣਗੇ। ਤਾਂ ਕਰਕੇ ਜਿਹੜਾ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਦੁਆਰਾ ਕਲੈਕਟ ਕੀਤੀ ਇਨਫੋਰਮੇਸ਼ਨ ਕਲੀਅਰ ਤੇ ਐਕੂਰੇਟ ਹੋਣੀ ਚਾਹੀਦੀ ਆ। ਇਜ਼ ਇਟ? ਨੈਕਸਟ ਪੁਆਇੰਟ ਹੈਗਾ ਵਾ ਟਾਈਮਲਾਈਨਸ। ਮੀਨ ਟੂ ਸੇ ਵੀ ਜਿਹੜੀ ਇਨਫੋਰਮੇਸ਼ਨ ਸਾਨੂੰ ਪ੍ਰੋਵਾਈਡ ਕੀਤੀ ਜਾਵੇ ਉਹ ਸਹੀ ਟਾਈਮ ਤੇ ਸਹੀ ਪਲੇਸ ਤੇ ਸਹੀ ਪਰਸਨ ਨੂੰ ਦੇਣੀ ਚਾਹੀਦੀ ਆ ਜੋ ਵੀ ਇਨਫੋਰਮੇਸ਼ਨ ਅਸੀਂ ਕਲੈਕਟ ਕੀਤੀ ਆ। ਅਗਰ ਅਸੀਂ ਇਨਫੋਰਮੇਸ਼ਨ ਜਦੋਂ ਸਾਨੂੰ ਐਕਚੁਅਲ 'ਚ ਨੀਡਡ ਆ ਉਹੀ ਆਪਾਂ ਨੂੰ ਸਹੀ ਟਾਈਮ ਤੇ ਨਹੀਂ ਮਿਲੂਗੀ ਤਾਂ ਆਪਾਂ ਉਹ ਇਨਫੋਰਮੇਸ਼ਨ ਕਲੈਕਟ ਕੀਤੀ ਦਾ ਕੋਈ ਵੀ ਸਾਨੂੰ ਬੈਨੀਫਿਟ ਨਹੀਂ ਹੋਊਗਾ, ਕਿਉਂਕਿ ਅਗਰ ਨੀਡਡ ਟਾਈਮ ਤੇ ਨਹੀਂ ਮਿਲੂਗੀ ਅਸੀਂ ਡਿਸੀਜ਼ਨ ਨਹੀਂ ਲੈ ਪਾਵਾਂਗੇ। ਜਿਹੜੇ ਸਾਡੇ ਡਿਸੀਜ਼ਨ ਆ ਉਹ ਡਿਲੇ ਹੋ ਜਾਣਗੇ। ਡਿਸੀਜ਼ਨ ਡਿਲੇ ਹੋਣ ਦੇ ਨਾਲ ਸਾਡੀ ਜਿਹੜੀ ਕੰਪਨੀਆਂ ਉਹਦੀਆਂ ਜਿਹੜੀਆਂ ਲੌਸਿਸ ਆ ਉਹ ਵੀ ਹੋ ਸਕਦੇ ਆ, ਜਾਂ ਜਿਹੜੀਆਂ ਅਪਰਚੁਨਿਟੀਜ਼ ਸਾਨੂੰ ਉਸ ਟਾਈਮ ਡਿਸੀਜ਼ਨ ਲੈਣ ਤੇ ਮਿਲ ਸਕਦੀਆਂ ਸੀ ਉਹ ਵੀ ਮਿਸਡ ਹੋ ਜਾਣਗੀਆਂ। ਤਾਂ ਕਰਕੇ ਜਿਹੜੀ ਇਨਫੋਰਮੇਸ਼ਨ ਆ ਉਹ ਟਾਈਮਲੀ ਮਿਲਣੀ ਚਾਹੀਦੀ ਆ। ਇਜ਼ ਇਟ? ਨੈਕਸਟ ਪੁਆਇੰਟ ਹੈਗਾ ਵਾ ਕਾਸਟ ਇਫੈਕਟਿਵ। ਜਦੋਂ ਵੀ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਆਪਣੀ ਇਨਫੋਰਮੇਸ਼ਨ ਕਲੈਕਟ ਕਰਦਾ, ਗੈਦਰ ਕਰਦਾ, ਪ੍ਰੋਸੈਸ ਕਰਦਾ ਵਾ, ਜਿਹੜਾ ਉਹਦਾ ਵੇਟ ਆ ਉਹ ਬੈਨੀਫਿਟਸ ਜ਼ਿਆਦਾ ਹੋਣੇ ਚਾਹੀਦੇ, ਕਾਸਟ ਘੱਟ ਹੋਣੀ ਚਾਹੀਦੀ ਆ। ਕਿਉਂਕਿ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਜੋ ਛੋਟੇ ਲੈਵਲ ਤੇ ਕੰਮ ਕਰਦੀਆਂ ਨੇ, ਅਗਰ ਉੱਥੋਂ ਦਾ ਸਿਸਟਮ ਵੱਡੇ ਲੈਵਲ ਤੇ ਕਾਸਟਲੀ ਹੋਊਗਾ ਤਾਂ ਉਹਨੂੰ ਅਡਾਪਟ ਨਹੀਂ ਕਰ ਪਾਉਣਗੀਆਂ। ਅਗਰ ਉਹਨੂੰ ਅਡਾਪਟ ਨਹੀਂ ਕਰ ਪਾਉਣਗੀਆਂ ਤਾਂ ਉਹਨਾਂ ਲਈ ਜਿਹੜੇ ਡਿਸੀਜ਼ਨ ਲੈਣੇ ਆ ਉਹ ਪਰਫੈਕਟ ਨਹੀਂ ਲੈ ਸਕਦੀਆਂ। ਤਾਂ ਕਰਕੇ ਜਿਹੜੀ ਆਪਾਂ ਜੋ ਵੀ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਲੈਣਾ ਵਾ ਉਹਦੀ ਕਾਸਟ ਇਫੈਕਟਿਵ ਹੋਣੀ ਚਾਹੀਦੀ ਆ ਤਾਂ ਜੋ ਈਜ਼ਲੀ ਅਸੀਂ ਉਸ ਚੀਜ਼ ਨੂੰ ਅਡਾਪਟ ਕਰ ਸਕੀਏ। ਇਜ਼ ਇਟ? ਇੱਥੋਂ ਤੱਕ ਆਪਣਾ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਦਾ ਜਿਹੜਾ ਟੌਪਿਕ ਆ ਉਹ ਕੰਪਲੀਟ ਹੋ ਜਾਂਦਾ ਵਾ। ਨੈਕਸਟ ਅੱਗੇ ਆਪਾਂ ਮਾਰਕੀਟਿੰਗ ਰਿਸਰਚ, ਉਹਦੇ ਓਬਜੈਕਟਿਵ, ਐਡਵਾਂਟੇਜਸ ਜਾਂ ਇੰਪੋਰਟੈਂਸ ਆ ਉਹਦੇ ਬਾਰੇ ਆਪਾਂ ਆਪਣੇ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।